ਪਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਚਾਹੇ ਤੁਹਾਡੇ ਕੋਲ ਜ਼ਮੀਨ ਸੀ ਜਾਂ ਨਹੀਂ ਸੀ, ਜਿੰਨੀ ਦੇਰ ਤੁਸੀਂ ਗੁਰੂ ਕੇ ਸਿੱਖ ਸੀਗੇ ਤੁਹਾਨੂੰ ਵੋਟ ਪਾਉਣ ਦਾ ਹੱਕ ਸੀਗਾ। ਇਹ ਸਭ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ ਰਾਹੀਂ ਸਿੱਖਾਂ ਨੇ ਇਹ ਅਸੂਲ ਇੱਥੇ ਸਥਾਪਿਤ ਕੀਤਾ ਸੀ। ਇਸ ਤੋਂ ਵੱਡੀ ਗੱਲ, ਅਮਰੀਕਾ 'ਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਉਸ ਸਮੇਂ ਇਸ ਵਿਸ਼ਵ 'ਚ ਸਭ ਤੋਂ ਪਹਿਲੀ ਜਮਹੂਰੀਅਤ ਪੱਖ ਬੀਬੀਆਂ ਦਾ ਹੱਕ, ਜਿਹਨੂੰ ਯੂਨੀਵਰਸਲ ਫਰੈਂਚਾਈਜ਼ ਆਪਾਂ ਕਹਿੰਦੇ ਆ, ਅਸਲ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਰਾਹੀਂ ਬੀਬੀਆਂ ਨੂੰ ਹੱਕ ਮਿਲਿਆ। ਜੋ ਬਹੁਤ ਸ਼ਹਾਦਤਾਂ ਹੋਈਆਂ, 450 ਤੋਂ ਉੱਤੇ ਸ਼ਹੀਦ ਹੋਏ, 30,000 ਤੋਂ ਉੱਤੇ ਜੇਲ੍ਹਾਂ ਭੁਗਤ ਕੇ ਆਏ, ਉਹਨਾਂ ਤੇ ਕੇਸ ਪਾਏ ਗਏ, 15 ਲੱਖ ਰੁਪਏ ਤੋਂ ਉੱਤੇ ਜੁਰਮਾਨੇ ਸਿੱਖਾਂ ਤੇ ਕੀਤੇ ਗਏ ਜਿਨ੍ਹਾਂ ਨੇ ਇਹ ਲੜੀਆਂ। ਕਿਉਂਕਿ ਉਸ ਸਮੇਂ ਤੇ ਕੇਸ ਪੈਣਾ, ਜੁਰਮਾਨੇ ਪੈਣੇ ਬੰਦੇ ਦੀ ਆਰਥਿਕਤਾ ਨੂੰ ਤੋੜ ਦਿੰਦਾ ਸੀ। ਤੇ ਸਗੋਂ ਉਸ ਸਮੇਂ ਇੱਕ ਕਹਾਵਤ ਵੀ ਚੱਲੀ ਸੀ, ਬਣ ਗਏ ਸਿੰਘ ਸਵੀਏ ਮੁੱਕੇ ਘੜੇ ਦੇ ਦਾਣੇ। ਇਸ ਤਹਿਤ ਸਾਨੂੰ ਇਹ ਗੁਰੂ ਘਰ ਮਿਲਿਆ। 15 ਸਤੰਬਰ ਨੂੰ ਜਮਹੂਰੀਅਤ ਡੇ ਆ ਰਿਹਾ, ਕਿਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਪਾਰਟੀ ਵੱਲੋਂ? ਜਿਹੜਾ 15 ਸਤੰਬਰ ਹੈ, ਇਹ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਡਿਕਲੇਅਰ ਕੀਤਾ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ। ਯੂਨਾਈਟਿਡ ਨੇਸ਼ਨ ਜਿਹੜੀ ਸੰਸਥਾ ਹੈਗੀ ਹੈ, ਉਹਦੇ ਜਿਹੜੇ ਮੁੱਢਲੇ ਸੋਚ ਸੀਗੇ, ਇੱਕ ਸੀਗਾ ਡੀਕੋਲੋਨਾਈਜੇਸ਼ਨ, ਕਲੋਨੀਆਂ ਕਿਸੇ ਦੇਸ਼ ਨੂੰ ਰੱਖਣ ਨਹੀਂ ਦੇਣੀਆਂ, ਜਿਵੇਂ ਭਾਰਤ ਬਰਤਾਨੀਆ ਦੀ ਕਲੋਨੀ ਸੀਗੀ। ਯੂਨਾਈਟਿਡ ਨੇਸ਼ਨ ਕੀਤਾ, ਜਦ ਕਿ ਜਿਹੜੇ 2011 'ਚ ਚੋਣ SGPC ਦੇ ਹੋਏ ਸੀ ਕੋਈ 11 ਸਾਲ ਪਹਿਲਾਂ, ਉਹ 18 ਸਤੰਬਰ ਨੂੰ ਹੋਏ ਸੀਗੇ। ਸੋ ਅਸੀਂ 15 ਸਤੰਬਰ ਤਾਂ ਰੱਖਿਆ ਕਿਉਂਕਿ ਅਸੀਂ ਸਾਰੇ ਵਿਸ਼ਵ 'ਚ ਸਿੱਖਾਂ ਨੂੰ ਯੂਨਾਈਟਿਡ ਨੇਸ਼ਨ ਦੇ ਦਫ਼ਤਰ ਨਿਊਯਾਰਕ 'ਚ, ਵਾਸ਼ਿੰਗਟਨ 'ਚ, ਬਰਤਾਨੀਆ, ਲੰਡਨ 'ਚ, ਬਰਸਲਸ, ਯੂਰਪ 'ਚ, ਸਾਰੇ ਕਿਤੇ ਅਸੀਂ ਪ੍ਰੋਟੈਸਟ ਕਰਾਂਗੇ ਕਿ ਸਾਡੀ ਜਮਹੂਰੀਅਤ ਇਸ ਦੇਸ਼ ਨੇ ਰੱਦ ਕੀਤੀ। LBS ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਮਨਪ੍ਰੀਤ ਸਿੰਘ ਆਜ਼ਾਦ। ਜਿਹੜਾ ਕਿ ਜਮਹੂਰੀਅਤ ਡੇ ਜਿਹੜਾ ਆ ਰਿਹਾ ਹੈ 15 ਸਤੰਬਰ ਨੂੰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਕਿ ਵੱਡੇ ਲੈਵਲ 'ਤੇ ਅੰਮ੍ਰਿਤਸਰ ਸ਼ਹਿਰ ਵਿਖੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰਚਾਰ ਕਰਨ ਵਾਸਤੇ ਸਪੈਸ਼ਲ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਸੁਪੁੱਤਰ ਭਾਈ ਮਾਨ ਸਿੰਘ ਜੀ ਜਿਹੜੇ ਕਿ ਪਹੁੰਚੇ ਹਨ। ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਜੁੜੇ ਹਨ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਹ ਪੁੱਛਣਾ ਚਾਹਾਂ ਕਿ ਜਿਹੜਾ ਜਮਹੂਰੀਅਤ ਡੇ ਆ ਰਿਹਾ, ਪਹਿਲਾਂ ਤਾਂ ਮੈਂ ਜਮਹੂਰੀਅਤ ਦੇ ਅਰਥ ਪੁੱਛਣਾ ਚਾਹਾਂਗੀ ਕਿ ਜਿਹੜੇ ਸਾਡੇ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਕਿ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਜਮਹੂਰੀਅਤ ਡੇ ਹੈ ਕੀ। ਜਮਹੂਰੀਅਤ ਜੇ ਅੰਗਰੇਜ਼ੀ 'ਚ ਕਨਸੈਪਟ ਸੁਣੀਏ ਤਾਂ ਇਹਨੂੰ ਡੈਮੋਕ੍ਰੇਸੀ ਕਹਿੰਦੇ ਆ। ਭਾਰਤ ਦੇ ਸੰਵਿਧਾਨ ਦਾ ਇਹ ਇੱਕ ਹਿੱਸਾ ਹੈ ਕਿ ਭਾਰਤ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਇੱਕ ਗ੍ਰੀਕ ਲਫ਼ਜ਼ ਹੈ, ਡੀਮੋਸ ਤੇ ਕ੍ਰਸੀ, ਤੇ ਇਹਦਾ ਮਤਲਬ ਹੋਇਆ ਸ਼ਹਿਰ ਲੋਕਾਂ ਦਾ। ਔਰ ਜੇ ਪ੍ਰੈਕਟੀਕਲੀ ਜਿਹੜੀ ਸਾਨੂੰ ਪੁਸਤਕਾਂ 'ਚ ਪੜ੍ਹਾਇਆ ਜਾਂਦਾ ਹੈਗਾ, ਅੰਗਰੇਜ਼ੀ 'ਚ ਇਹਨੂੰ ਕਹਿੰਦੇ ਆ ਆਫ ਦ ਪੀਪਲ, ਫॉर ਦ ਪੀਪਲ, ਬਾਏ ਦ ਪੀਪਲ। ਲੋਕਾਂ ਦਾ, ਲੋਕਾਂ ਰਾਹੀਂ, ਲੋਕਾਂ ਦਾ ਆਪਣਾ। ਤੇ ਇਹ ਜਿਹੜਾ ਕਨਸੈਪਟ ਹੈ, ਇਹ ਬਹੁਤ ਇੱਕ ਸੋਚਿਆ ਹੋਇਆ ਕਨਸੈਪਟ ਹੈ, ਜਿਹਦੇ ਵਿੱਚ ਅਸੀਂ ਆਪਣੀ ਜਿਹੜੀ ਗੱਲ ਹੈ ਕੌਮੀ ਤੌਰ 'ਤੇ ਤੋਰਨਾ ਚਾਹੁੰਦੇ ਹਾਂ, ਉਹ ਜ਼ਬਰ ਅਧੀਨ ਨਹੀਂ ਹੁੰਦੀ ਹੈਗੀ। ਕਹਿਣ ਦਾ ਭਾਵ, ਜੇ ਮੈਂ ਤੁਹਾਡੇ ਨਾਲ, ਸਾਡੀਆਂ ਦੋ ਰਾਇਆਂ, ਤੁਸੀਂ ਕਹਿੰਦੇ ਹੋ ਪੈਦਲ ਜਾਣਾ, ਮੈਂ ਕਹਿੰਦਾ ਹੈ ਕਿ ਸਕੂਟਰ 'ਤੇ ਜਾਣਾ ਹੈਗਾ, ਤਾਂ ਉਹਦੇ ਵਿੱਚ ਜਿਹੜਾ ਤਗੜਾ ਹੈ ਉਹ ਆਪਣੇ ਬਲ ਰਾਹੀਂ ਦੂਜੇ ਨੂੰ ਨਹੀਂ ਮਨਾਉਂਦਾ ਹੈਗਾ। ਉਹ ਅਸੀਂ ਵੋਟ ਪਾ ਕੇ ਸਹਿਮਤੀ, ਜਿਹੜੀ ਬਹੁਮਤੀ ਆ, ਉਹਦੇ ਪੱਖ 'ਚ ਕਰ ਦਿੰਦੇ ਹਾਂ ਅਤੇ ਲੜਾਈਆਂ ਇਹਦੇ ਨਾਲ ਘੱਟ ਜਾਂਦੀਆਂ। ਮਤ ਦੇ ਦਾਨ ਨਾਲ ਅਸੀਂ ਆਪਣੇ ਕੌਮੀ ਫੈਸਲੇ ਕਰ ਸਕਦੇ ਹਾਂ। ਸੋ ਗੁਰੂ ਘਰ ਦੇ ਵਿੱਚ ਸਿੰਘ ਸਭਾ ਲਹਿਰ ਨੇ ਜਿਹੜੇ ਬਹੁਤ ਵੱਡੇ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਨਨਕਾਣਾ ਸਾਹਿਬ ਦੇ ਜਥੇ 'ਚ 200 ਬੰਦੇ ਨਰੈਣੂ ਮੰਥ ਨੇ ਮਾਰਤੇ। ਉੱਥੋਂ ਚੱਲਦਾ ਮੋਰਚਾ ਗਾਂਧੀ ਨੇ ਵੀ ਸਪੋਰਟ ਕੀਤਾ, ਕਿਹਾ ਆਜ਼ਾਦੀ ਦੀ ਸਭ ਤੋਂ ਪਹਿਲੀ ਲੜਾਈ ਜਿੱਤੀ ਗਈ ਹੈ ਨਨਕਾਣਾ ਸਾਹਿਬ ਦੇ ਸ਼ਾਂਤਮਈ ਮੋਰਚੇ ਦੇ ਵਿੱਚ। ਉਹਦਾ ਨਕਸ਼ਾ ਲੈ ਕੇ ਉਹਨਾਂ ਨੇ ਆਪਣੀ ਲੜਾਈ ਲੜੀ। ਔਰ ਸਿੱਖ ਗੁਰਦੁਆਰਾ ਐਕਟ ਜਿਹੜਾ 1925 'ਚ ਬਣਿਆ, ਉਹਦੇ ਵਿੱਚ ਸਿੰਘ ਸਭਾ ਲਹਿਰ ਨੇ ਇਹ ਚੀਜ਼ ਬਿਹਤਰ ਸਮਝੀ ਕਿ ਸਗੋਂ ਕਿ ਧੱਕੇ ਨਾਲ ਗੁਰੂ ਘਰਾਂ ਨੂੰ ਚਲਾਇਆ ਜਾਏ। ਜਿਹੜੀ ਗੁਰੂ ਕੀ ਸੰਗਤ ਆ, ਉਸ ਦੇ ਮਤਦਾਨ ਰਾਹੀਂ ਚੁਣ ਕੇ ਨੁਮਾਇੰਦਗੀ ਗੁਰੂ ਘਰਾਂ ਦੀ ਸੰਭਾਲ ਵਾਸਤੇ ਕੀਤੀ ਜਾਏ। ਏਸ਼ੀਆ 'ਚ ਸਭ ਤੋਂ ਪਹਿਲੀ ਜਿਹੜੀ ਡੈਮੋਕ੍ਰੈਟਿਕ ਸੰਸਥਾ ਸੀਗੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਚੁਣੀ ਜਾਂਦੀ ਸੀ ਵੋਟ ਰਾਹੀਂ। ਇਹ ਵੋਟ ਕਮਾਲ ਦੀ ਇਸ ਕਰਕੇ ਵੀ ਸੀ, ਜਿਹੜੀ ਪੰਜਾਬ ਲੈਜਿਸਲੇਟਿਵ ਕਾਊਂਸਲ ਬਣੀ ਸੀ, ਉਹਦੇ ਵਿੱਚ ਵੀ ਜਿਹੜੀ ਵੋਟ ਪੈਂਦੀ ਸੀਗੀ, ਉਹ ਸਿਰਫ ਤੇ ਸਿਰਫ ਜਿਨ੍ਹਾਂ ਕੋਲ ਜ਼ਮੀਨ ਸੀ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਸੀ। ਅੰਗਰੇਜ਼ਾਂ ਅਧੀਨ ਜਿਹੜੀਆਂ ਅਸੈਂਬਲੀਆਂ ਬਣੀਆਂ ਸੀਗੀਆਂ। ਪਰ ਸਿੱਖ ਗੁਰਦੁਆਰਾ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਚਾਹੇ ਤੁਹਾਡੇ ਕੋਲ ਜ਼ਮੀਨ ਸੀ ਜਾਂ ਨਹੀਂ ਸੀ, ਜਿੰਨੀ ਦੇਰ ਤੁਸੀਂ ਗੁਰੂ ਕੇ ਸਿੱਖ ਸੀਗੇ ਤੁਹਾਨੂੰ ਵੋਟ ਪਾਉਣ ਦਾ ਹੱਕ ਸੀਗਾ। ਇਹ ਸਭ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ ਰਾਹੀਂ ਸਿੱਖਾਂ ਨੇ ਇਹ ਅਸੂਲ ਇੱਥੇ ਸਥਾਪਿਤ ਕੀਤਾ ਸੀ। ਇਸ ਤੋਂ ਵੱਡੀ ਗੱਲ, ਜਦ ਬਰਤਾਨੀਆ 'ਚ ਬੀਬੀਆਂ ਨੂੰ ਵੋਟ ਨਹੀਂ ਪਾਉਣ ਦਿੰਦੇ ਸੀਗੇ, ਅਮਰੀਕਾ 'ਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ, ਉਸ ਸਮੇਂ ਇਸ ਵਿਸ਼ਵ 'ਚ ਸਭ ਤੋਂ ਪਹਿਲੀ ਜਮਹੂਰੀਅਤ ਪੱਖ ਬੀਬੀਆਂ ਦਾ ਹੱਕ, ਜਿਹਨੂੰ ਯੂਨੀਵਰਸਲ ਫਰੈਂਚਾਈਜ਼ ਆਪਾਂ ਕਹਿੰਦੇ ਆ, ਅਸਲ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਰਾਹੀਂ ਬੀਬੀਆਂ ਨੂੰ ਹੱਕ ਮਿਲਿਆ, ਜੋ ਵਿਸ਼ਵ 'ਚ ਕਿਤੇ ਹੋਰ ਨਹੀਂ ਸੀਗਾ। ਸੋ ਇਹ ਆਪਣੇ ਸਮੇਂ ਦੀ ਇੱਕ ਬਹੁਤ ਅਗਾਂਹ-ਵਧੂ ਡੈਮੋਕ੍ਰੈਟਿਕ ਜਾਂ ਜਮਹੂਰੀਅਤ ਸੰਸਥਾ ਬਣੀ ਸੀ। ਕੁਰਬਾਨੀ ਤਹਿਤ ਬਹੁਤ ਸ਼ਹਾਦਤਾਂ ਹੋਈਆਂ, 450 ਤੋਂ ਉੱਤੇ ਸ਼ਹੀਦ ਹੋਏ, 30,000 ਤੋਂ ਉੱਤੇ ਜੇਲ੍ਹਾਂ ਭੁਗਤ ਕੇ ਆਏ, ਉਹਨਾਂ ਤੇ ਕੇਸ ਪਾਏ ਗਏ, 15 ਲੱਖ ਰੁਪਏ ਤੇ ਉੱਤੇ ਜੁਰਮਾਨੇ ਸਿੱਖਾਂ ਤੇ ਕੀਤੇ ਗਏ ਜਿਨ੍ਹਾਂ ਨੇ ਇਹ ਲੜੀਆਂ, ਕਿਉਂਕਿ ਉਸ ਸਮੇਂ ਤੇ ਕੇਸ ਪੈਣਾ, ਜੁਰਮਾਨੇ ਪੈਣੇ ਬੰਦੇ ਦੀ ਆਰਥਿਕਤਾ ਨੂੰ ਤੋੜ ਦਿੰਦਾ ਸੀ। ਤੇ ਸਗੋਂ ਉਸ ਸਮੇਂ ਇੱਕ ਕਹਾਵਤ ਵੀ ਚੱਲੀ ਸੀ, ਬਣ ਗਏ ਸਿੰਘ ਸਭੀਏ ਮੁੱਕ ਗਏ ਘੜੇ ਦੇ ਦਾਣੇ। ਤੇ ਸਾਧ ਸੰਗ ਇਹੋ ਜਿਹਾ ਮਾਹੌਲ 'ਚੋਂ ਸਾਨੂੰ ਇਹ ਇੱਕ ਜਮਹੂਰੀਅਤ ਸੰਸਥਾ ਬਣਾਈ ਗਈ। ਔਰ ਇਸ ਸਿੱਖ ਗੁਰਦੁਆਰਾ ਐਕਟ ਦੇ ਅਧੀਨ ਜਿਹੜੇ ਅੱਜ ਹੋਰ ਧਰਮਾਂ ਦੇ ਉੱਤੇ ਐਕਟ ਲਾਗੂ ਹੈਗੇ ਆ, ਮੰਦਰਾਂ ਦੇ ਉੱਤੇ ਜਿਹੜੇ ਕਾਨੂੰਨ ਲਾਗੂ ਹੋਣ, ਇਹਦੇ ਤੋਂ ਹੀ ਬਣਾਏ ਗਏ ਹੈਗੇ ਆ, ਜਿਸ ਕਰਕੇ ਅੱਜ ਹਰੇਕ ਜਾਤ ਨੂੰ ਮੰਦਿਰ 'ਚ ਜਾਣ ਦਾ, ਹਰੇਕ ਲਿੰਗ ਨੂੰ ਮੰਦਿਰ 'ਚ ਜਾਣ ਦਾ ਹੱਕ ਇਸੀ ਐਕਟ ਰਾਹੀਂ ਇਹਨੂੰ ਬਿਹਤਰ ਸਮਝਦੇ ਹੋਏ ਲਾਗੂ ਕੀਤਾ ਗਿਆ ਹੈਗਾ। ਸੋ ਇਹ ਇੱਕ ਬਹੁਤ ਮੁੱਢਲੀ ਇਸ ਦੇਸ਼ ਵਾਸਤੇ ਲੜਾਈ ਲੜੀ ਗਈ, ਜਿਸ ਤਹਿਤ ਸਾਨੂੰ ਇਹ ਗੁਰੂ ਘਰ ਮਿਲਿਆ। 15 ਸਤੰਬਰ ਨੂੰ ਜਮਹੂਰੀਅਤ ਡੇ ਆ ਰਿਹਾ, ਕਿਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਪਾਰਟੀ ਵੱਲੋਂ? ਜਿਹੜਾ 15 ਸਤੰਬਰ ਹੈ, ਇਹ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਡਿਕਲੇਅਰ ਕੀਤਾ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ। ਯੂਨਾਈਟਿਡ ਨੇਸ਼ਨ ਜਿਹੜੀ ਸੰਸਥਾ ਹੈਗੀ ਹੈ, ਉਹਦੇ ਜਿਹੜੇ ਮੁੱਢਲੇ ਸੋਚ ਸੀਗੇ, ਇੱਕ ਸੀਗਾ ਡੀਕੋਲੋਨਾਈਜੇਸ਼ਨ, ਕਲੋਨੀਆਂ ਕਿਸੇ ਦੇਸ਼ ਨੂੰ ਰੱਖਣ ਨਹੀਂ ਦੇਣੀਆਂ, ਜਿਵੇਂ ਭਾਰਤ ਬਰਤਾਨੀਆ ਦੀ ਕਲੋਨੀ ਸੀਗੀ। ਦੂਜਾ ਹਿਊਮਨ ਰਾਈਟਸ ਦੇ ਉੱਤੇ ਬਣਿਆ ਸੀਗਾ। ਔਰ ਇਸ ਸੰਸਥਾ ਨੇ ਸਭ ਤੋਂ ਉੱਤਮ ਸਥਾਨ ਜਿਹੜਾ ਇੱਕ ਮੁਲਕ ਚਲਾਉਣ ਦਾ, ਸੰਸਥਾ ਚਲਾਉਣ ਦਾ, ਉਹ ਜਮਹੂਰੀਅਤ ਚੁਣਿਆ ਹੈਗਾ। ਅਸੀਂ ਇਸ ਨੂੰ ਮੁੱਖ ਰੱਖਦੇ ਹੋਏ ਕਿ ਸਾਰੇ ਵਿਸ਼ਵ 'ਚ ਜਮਹੂਰੀਅਤ ਨੂੰ ਮਾਨਤਾ ਦਿੱਤੀ ਜਾਂਦੀ ਹੈ, ਅਸੀਂ 15 ਸਤੰਬਰ ਦਾ ਦਿਨ ਚੁਣਿਆ ਸੀਗਾ, ਕਿਉਂਕਿ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਯੂਨਾਈਟਿਡ ਨੇਸ਼ਨ ਕੀਤਾ, ਜਦ ਕਿ ਜਿਹੜੇ 2011 'ਚ ਚੋਣ SGPC ਦੇ ਹੋਈ ਸੀ ਕੋਈ 11 ਸਾਲ ਪਹਿਲਾਂ, ਉਹ 18 ਸਤੰਬਰ ਨੂੰ ਹੋਏ ਸੀਗੇ। ਸੋ ਅਸੀਂ 15 ਸਤੰਬਰ ਤਾਂ ਰੱਖਿਆ ਕਿਉਂਕਿ ਅਸੀਂ ਸਾਰੇ ਵਿਸ਼ਵ 'ਚ ਸਿੱਖਾਂ ਨੂੰ ਯੂਨਾਈਟਿਡ ਨੇਸ਼ਨ ਦੇ ਦਫ਼ਤਰ ਨਿਊਯਾਰਕ 'ਚ, ਵਾਸ਼ਿੰਗਟਨ 'ਚ, ਬਰਤਾਨੀਆ, ਲੰਡਨ 'ਚ, ਬਰਸਲਸ, ਯੂਰਪ 'ਚ, ਸਾਰੇ ਕਿਤੇ ਅਸੀਂ ਪ੍ਰੋਟੈਸਟ ਕਰਾਂਗੇ ਕਿ ਸਾਡੀ ਜਮਹੂਰੀਅਤ ਇਸ ਦੇਸ਼ ਨੇ ਰੱਦ ਕੀਤੀ ਹੋਈ ਹੈਗੀ ਆ। ਔਰ ਇਹਦੀਆਂ ਤਿਆਰੀਆਂ ਅਸੀਂ ਇਸ ਪੱਧਰ ਤੇ ਕਰ ਰਹੇ ਹੈਗੇ ਆ ਕਿ ਅਸੀਂ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਇਹਦੇ ਵਿੱਚ ਸੱਦਾ ਦੇ ਰਹੇ ਹਾਂ। ਅਸੀਂ ਪਿੰਡ-ਪਿੰਡ ਜਾ ਰਹੇ ਹਾਂ, ਮਹੱਲਾ ਜਾ ਰਹੇ ਹਾਂ, ਵਾਰਡਾਂ 'ਚ ਅਸੀਂ ਪ੍ਰਚਾਰ ਕਰ ਰਹੇ ਹੈਗੇ ਹਾਂ, ਕਿਉਂਕਿ ਇਹ ਗੁਰੂ ਕਾ ਨਗਰ ਹੈ। ਗੁਰੂ ਕੀ ਨਗਰ 'ਚ ਗੁਰੂ ਸਾਹਿਬ ਨੇ ਵਚਨ ਕੀਤੇ ਸੀਗੇ, ਗੁਰੂ 20 ਬਿਸਵੇ ਸੰਗਤ 21 ਬਿਸਵੇ। ਇਹ ਸੰਗਤ ਨੂੰ ਅਸੀਂ ਪ੍ਰੇਰਨਾ ਚਾਹੁੰਦੇ ਹਾਂ ਕਿ ਤੁਹਾਡੀ ਮਰਜ਼ੀ ਨਾਲ ਗੁਰੂ ਘਰ ਚੱਲਣੇ ਚਾਹੀਦੇ ਆ, ਨਾ ਕਿ ਮਸੰਦਾਂ ਦੀ ਮਰਜ਼ੀ ਨਾਲ, ਜਿਨ੍ਹਾਂ ਨੇ ਜਾ ਕੇ ਮਾਫੀਨਾਮੇ ਬਲਾਤਕਾਰੀ ਖੂਨੀ ਸਾਧ ਨੂੰ ਦੇਤੇ, 95 ਲੱਖ ਉਹਦੀ ਮਸ਼ਹੂਰੀ ਤੇ ਖਰਚ ਕਰਤੇ, 328 ਸਰੂਪ ਗੁਰੂ ਸਾਹਿਬ ਦੇ ਗਾਇਬ ਕਰਤੇ, ਲਾਪਤਾ ਹੈਗੇ ਆ। ਅੱਜ ਗੁਰੂ ਸਾਹਿਬ ਕੀ ਸੋਚਦੇ ਹੋਣਗੇ ਕਿ ਮੈਂ ਲਵਾਰਿਸ ਹਾਂ, ਮੇਰੇ ਪਿੱਛੇ ਕੋਈ ਪੁੱਛਣ ਹੀ ਨਹੀਂ ਆਇਆ ਹੈਗਾ। ਇਹਨਾਂ ਨੇ ਮਾਫੀਨਾਮੇ ਦੇ ਕੇ ਸਾਰੇ ਰੱਦ ਕਰਤੇ, ਬਹਾਲ ਕਰਤੇ, ਸਭ ਕੁਝ ਰਫਾ ਦਫਾ ਕਰਤਾ ਹੈਗਾ। ਇਹਨਾਂ ਨੇ TV ਚੈਨਲ ਦੇ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੋਈ ਗੁਰੂ ਘਰ ਨੇ ਆਪਣਾ ਚੈਨਲ ਹੀ ਨਹੀਂ ਖੜਾ ਕੀਤਾ, ਜਦ ਕਿ ਸਿੰਘ ਸਭਾ ਲਹਿਰ 'ਚ ਖਾਲਸਾ ਅਖਬਾਰ ਨੇ ਸਾਰੀ ਸੰਗਤਾਂ ਨੂੰ ਆਪਣੇ ਲੇਖਾਂ ਰਾਹੀਂ ਪ੍ਰੇਰਿਤ ਕੀਤਾ ਸੀਗਾ ਸਥਿਤੀ ਦਾ। ਅੱਜ ਸਾਡੇ ਕੋਈ ਚੈਨਲ ਹੀ ਨਹੀਂ ਹੈਗੇ, ਉਹ PTC ਚੈਨਲ ਸਾਰਾ ਖਾਈ ਜਾਂਦਾ ਹੈ। ਗੁਰੂ ਕੀ ਬਾਣੀ ਦਾ ਪ੍ਰਚਾਰ ਕਰਕੇ ਸੰਗਤ ਵਧਾ ਕੇ ਐਡਵਰਟਾਈਜ਼ਮੈਂਟ ਦੇ ਪੈਸੇ ਮੋਟੇ-ਮੋਟੇ ਲੋਕਾਂ ਤੋਂ ਵਟੋਰ ਰਿਹਾ ਹੈਗਾ। ਸੋ ਇਹ ਸਾਰੀ ਜਿਹੜੀ ਲੁੱਟ ਹੋ ਰਹੀ ਹੈ ਜ਼ਮੀਨਾਂ, ਜਾਇਦਾਦਾਂ, ਲੰਗਰਾਂ ਦੀ, ਇਹਦੇ ਉੱਤੇ ਵੀ ਆਪਾਂ ਨੂੰ ਮੁੜ ਕੇ ਨਿਗਾਹ ਪਾਣੀ ਚਾਹੀਦੀ ਹੈ। ਸੈਂਟਰ ਦੀ ਸਰਕਾਰ ਨੂੰ ਤਾਂ ਮੌਜਾਂ ਹੈ ਕਿ ਜਿੰਨੀ ਦੇਰ ਇਹ ਦੁਰਵਰਤੋਂ ਗੁਰੂ ਘਰ ਦੀਆਂ ਕਰਦੇ, ਅਸੀਂ ਚੋਣ ਨਹੀਂ ਰੱਖਦੇ, ਇਹੀ ਆਪਸ 'ਚ ਖਾਈ ਜਾਂਦੇ ਆ ਗੁਰੂ ਘਰ ਨੂੰ, ਉਹਦੀ ਸੋਚ ਨੂੰ ਖ਼ਤਮ ਕਰੀ ਜਾਂਦੇ ਹੈਗੇ ਆ। ਕਦੀ ਮਾਫੀਨਾਮੇ, ਕਦੀ ਗੁਰੂ ਸਾਹਿਬ ਦੇ ਅੰਗ ਸਰੂਪ ਸਾਰੇ ਗਾਇਬ ਕਰਤੇ। ਸੋ ਅਸੀਂ ਅੰਮ੍ਰਿਤਸਰ ਦੀ ਸੰਗਤ ਨੂੰ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਇੱਥੇ ਆਪਣੇ ਆਜ਼ਾਦੀ ਵਾਸਤੇ, ਮਨੁੱਖਤਾ ਦੀ ਆਜ਼ਾਦੀ ਵਾਸਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਧਾ ਰੱਬ ਨਾਲ ਜੋੜਿਆ ਸੀਗਾ। ਸਾਨੂੰ ਪੰਡਤਾਂ ਦੇ ਹੋਰ ਕਿਸੇ ਦੇ ਅਧੀਨ ਨਹੀਂ ਲਾਇਆ, ਸਿੱਧਾ ਗੁਰੂ ਗ੍ਰੰਥ ਸਾਹਿਬ ਤੇ ਵਾਹਿਗੁਰੂ ਨਾਲ ਜੋੜਿਆ ਸੀਗਾ। ਤੇ ਉਹ
ਇਸ ਸਥਾਨ ਦੇ ਉੱਤੇ ਪੰਚਮ ਪਿਤਾ ਲਾਹੌਰ ਜਾ ਕੇ ਤੱਤੀ ਤਵੀਆਂ ਤੇ ਬੈਠ ਕੇ ਉਹਨਾਂ ਨੇ ਸ਼ਹਾਦਤ ਦਿੱਤੀ, ਪਰ ਆਪਣੀ ਪੰਥ ਨੂੰ ਨਹੀਂ ਡੁੱਲਣ ਦਿੱਤਾ, ਆਪਣੇ ਸੰਗਤ ਨੂੰ ਨਹੀਂ ਡੁੱਲਣ ਦਿੱਤਾ। ਇਸੇ ਤਰ੍ਹਾਂ ਨੌਵੇਂ ਪਿਤਾ ਨੇ ਜਾ ਕੇ ਮਨੁੱਖੀ ਅਧਿਕਾਰਾਂ ਵਾਸਤੇ ਸੀਸ ਗਵਾਤਾ, ਸੀਸ ਝੁਕਾਇਆ ਨਹੀਂ। ਦਸਮ ਪਿਤਾ ਨੇ ਸਰਬੰਸ ਦਾਨ ਕਰਤਾ ਹੈਗਾ, ਤਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ਤੇ ਤੇ ਤੁਹਾਨੂੰ ਮੈਨੂੰ ਕਿਹਾ ਜੀਵਤ ਹੈ ਹਜ਼ਾਰੋਂ। ਤੇ ਇਸ ਕਰਕੇ ਗੁਰੂ ਸਾਹਿਬ ਨੇ ਸਭ ਕੁਝ ਸਾਡੇ ਪੰਥ ਵਾਸਤੇ ਤਿਆਗਿਆ। ਅੱਜ ਉਹ ਜਿਹੜਾ ਗੁਰੂ ਸਾਨੂੰ 21 ਵਿਸਵੇ ਦਿੰਦਾ, ਆਪਣੇ ਵਾਸਤੇ 20 ਵਿਸਵੇ ਰੱਖਦਾ ਹੈ, ਉਹਨੂੰ ਲੋੜ ਹੈ ਸਾਡੀ। ਅਸੀਂ ਉਹਦੀ ਜਮਹੂਰੀਅਤ ਬਹਾਲ ਕਰਨੀ ਹੈ, ਉਹਦੀ ਮੈਨੇਜਮੈਂਟ ਇਹੋ ਜਿਹੀ ਕਰਨੀ ਹੈ ਕਿ 328 ਸਰੂਪ ਨਾ ਚੱਕੇ ਜਾਣ, ਉਹਦੀ ਪੜਤਾਲ ਹੋਏ, ਉਹਨਾਂ ਦਾ ਪਤਾ ਲੱਗੇ। ਸੋ ਇਹ ਕੰਮ ਤੇ ਅਸੀਂ ਖਾਸ ਕਰਕੇ ਅੰਮ੍ਰਿਤਸਰ ਨੂੰ ਬੇਨਤੀ ਕਰ ਰਹੇ ਹਾਂ। ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ 15 ਤਰੀਕ ਨੂੰ, ਇਹ ਪਹਿਲੀ ਵਾਰ ਕੀਤਾ ਜਾ ਰਿਹਾ ਜਾਂ ਪਹਿਲੋਂ ਵੀ ਕੀਤਾ ਹੈ? ਪਿਛਲੇ ਸਾਲ ਅਸੀਂ ਆਪਣੇ ਵੱਲੋਂ ਪ੍ਰੋਟੈਸਟ ਕੀਤਾ ਸੀਗਾ, ਉਹ ਵੀ ਹਰਿਮੰਦਰ ਸਾਹਿਬ ਵਿਖੇ ਸੀਗਾ, ਪਰ ਅਸੀਂ ਉੱਥੇ ਆਮ ਸੰਗਤ ਨੂੰ ਉਦੋਂ ਬੇਨਤੀ ਨਹੀਂ ਸੀ ਕੀਤੀ। ਐਤਕਾਂ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਕਿ ਹੁਣ ਤਾਂ ਹੱਦ ਵੀ ਟੱਪ ਗਈ ਹੈਗੀ ਹੈ, ਕਿਉਂਕਿ ਇਹ ਸਰਕਾਰਾਂ ਸਾਡੇ ਚੋਣ ਹੀ ਨਹੀਂ ਕਰਾ ਰਹੇ, ਇਹ ਤਾਂ ਸਾਨੂੰ ਗੁਰੂ ਤੋਂ ਵਾਂਝੇ ਕਰ ਰਹੇ ਹੈਗੇ ਆ, ਤੇ ਇਹ ਕਰਤੂਤ ਨੂੰ ਅਸੀਂ ਰੋਕਣਾ। ਸਰ, ਇੱਕ ਧਰਮ ਪ੍ਰਚਾਰ ਨੂੰ ਲੈ ਕੇ ਐਸਜੀਪੀਸੀ ਜਿਹੜਾ ਵੱਡੇ ਉਪਰਾਲੇ ਆਪਣੇ ਵੱਲੋਂ ਕਰ ਰਹੇ, ਧਰਮ ਪ੍ਰਚਾਰ ਨੂੰ ਨਾਲ ਲੈ ਕੇ ਚੱਲ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਿ ਈਸਾਈਅਤ ਦਾ ਪ੍ਰਚਾਰ ਵੱਧ ਰਿਹਾ, ਉਹ ਉਸ ਦੇ ਉੱਤੇ ਕਾਫੀ ਚਰਚਾ ਕਰ ਰਹੀ ਹੈ ਐਸਜੀਪੀਸੀ ਅੱਜ ਕੱਲ੍ਹ, ਬੜੀ ਸਰਗਰਮ ਆ। ਮੈਂ ਇਸ ਬਾਰੇ ਮਾਫ ਕਰਨਾ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਐਸਜੀਪੀਸੀ ਨੇ ਕੱਖ ਨਹੀਂ ਕੀਤਾ ਹੈਗਾ। ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹੈਪੀ ਬਰਥਡੇ ਮਨਾਏ ਆ, ਗੁਰਪੁਰਬ ਨਹੀਂ ਮਨਾਏ। ਇਹਨਾਂ ਦੇ ਬੱਚਿਆਂ ਨੇ ਮੁਫਤ ਪੜ੍ਹਾਈਆਂ ਗੁਰੂ ਰਾਮਦਾਸ ਮੈਡੀਕਲ ਕਾਲਜ 'ਚ ਲਿੱਤੀਆਂ ਹੈਗੀਆਂ, ਗਰੀਬਾਂ ਨੂੰ ਇਹਨਾਂ ਨੇ ਕੋਈ ਸਥਾਨ ਨਹੀਂ ਦਿੱਤੀ ਹੈਗੀ। ਜਦ ਕੋਵਿਡ ਆਇਆ ਤਾਂ ਪੰਜਾਬ ਸਰਕਾਰ ਨੇ ਲੋਕਾਂ ਦੇ ਸੇਵਾ ਦੇ ਵਿੱਚ ਆਪਣੇ ਸਾਧਨ ਵਰਤੇ, ਐਸਜੀਪੀਸੀ ਆਪਣੇ ਗੁਰੂ ਘਰਾਂ 'ਚ ਬੈਠਾ ਰਹਿ ਗਿਆ, ਜਦ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਜਦ ਰੋਗ ਦਿੱਲੀ 'ਚ ਆਇਆ ਸੀ, ਉੱਠ ਕੇ ਸੇਵਾ ਕਰਕੇ ਉਸ ਸਮੇਂ ਦਾ ਜਿਹੜਾ ਰੋਗ ਸੀਗਾ ਉਸ 'ਚ ਉਹ ਮੇਰੇ ਹਿਸਾਬ ਨਾਲ ਤਾਂ ਉਹਦੇ ਕਰਕੇ ਜੋਤੀ ਜੋਤ ਹੋਏ ਸੀਗੇ। ਤੇ ਇਹਨਾਂ ਨੇ ਕੱਖ ਨਹੀਂ ਕੀਤਾ ਹੈਗਾ। ਇਹ ਲੋਕਾਂ ਦੀ ਸੇਵਾ ਹੋਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ। ਜਿਹੜੇ ਗੁਰੂ ਘਰ ਖਾਸ ਕਰਕੇ ਗਰੀਬ ਗੁਰੂ ਘਰ ਪਿੰਡਾਂ 'ਚ ਹੈਗੇ ਆ, ਉਹਦੇ ਵਿੱਚ ਗੁਰੂ ਰਾਮਦਾਸ ਮੈਡੀਕਲ ਮੈਮੋਰੀਅਲ ਹਸਪਤਾਲ 'ਚ ਉਹਨਾਂ ਨੂੰ ਵਾਇਆ ਫੇਸਬੁੱਕ, ਜਿਵੇਂ ਟੈਲੀਮੈਡੀਸਨ ਕਹਿੰਦੇ ਆ, ਉੱਥੇ ਵੀਡੀਓ ਕਾਨਫਰੰਸਿੰਗ ਕਰਕੇ ਮਰੀਜ਼ਾਂ ਦੇ ਉੱਥੇ ਹਾਲ ਦੇਖ ਕੇ ਬਹੁਤ ਸਾਰੇ ਡਾਕਟਰ ਬਾਹਰਲੇ ਦੇਸ਼ਾਂ 'ਚ ਬੈਠੇ ਆ, ਉਹ ਵੀ ਇਹਦੇ ਵਿੱਚ ਹਿੱਸਾ ਲੈਣ ਨੂੰ ਸੇਵਾ ਦੇ ਤੌਰ ਤੇ ਤਿਆਰ ਹੈ। ਉਹ ਮਰੀਜ਼ਾਂ ਨੂੰ ਦੇਖ ਕੇ ਜੇ ਤਾਂ ਕੋਈ ਸਧਾਰਨ ਸੌਖੀ ਚੀਜ਼ ਟੈਲੀਮੈਡੀਸਨ ਰਾਹੀਂ ਹੱਲ ਹੋ ਸਕਦੀ ਹੈ ਤਾਂ ਉੱਥੇ ਹੀ ਉਹਨੂੰ ਦੱਸ ਸਕਣ। ਤੇ ਉੱਥੇ ਜਿਹੜਾ ਸਾਡਾ ਭਾਈ ਸਾਹਿਬ, ਭਾਈਆਣੀ ਸਾਹਿਬ, ਜਿਹੜੇ ਵੀ ਉੱਥੇ ਗੁਰੂ ਘਰ ਦੀ ਸੇਵਾ ਕਰਦੇ ਆ, ਉਹ ਉਹਨਾਂ ਦੇ ਰਾਹੀਂ ਉਹਨਾਂ ਨੂੰ ਦਵਾਈਆਂ ਦਾ ਬੰਦੋਬਸਤ ਕਰਕੇ ਦੇਣ, ਜਾਂ ਦੱਸਣ, ਜਾਂ ਕਹਿ ਦੇਣ ਕਿ ਭਾਈ ਤੁਹਾਡਾ ਹਸਪਤਾਲ 'ਚ ਤੁਹਾਨੂੰ ਲੋੜ ਹੈ, ਤੁਸੀਂ ਉੱਥੇ ਤੱਕ ਪਹੁੰਚੋ, ਤੇ ਸਾਡੀ ਉੱਥੇ ਐਂਬੂਲੈਂਸ ਕਰੇ। ਕੱਲੇ ਕੱਲੇ ਗੁਰੂ ਘਰ ਨਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਉੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ 'ਚ ਅਖਾੜੇ ਖੋਲ੍ਹੇ ਸੀਗੇ, ਉਹ ਇਸ ਕਰਕੇ ਕਿ ਅਸੀਂ ਇਕੱਲੇ ਨਾਮ ਸਿਮਰਨ ਨਹੀਂ, ਪਰ ਸਰੀਰਕ ਤੌਰ ਤੇ ਵੀ ਤਗੜਾ ਹੋਣਾ ਚਾਹੀਦਾ ਹੈ, ਤਾਂ ਕਿ ਸਰੀਰ ਨਾਲ ਵੀ ਅਸੀਂ ਕੰਮ ਲੈ ਸਕੀਏ। ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਜਿਮ ਲੱਗੇ ਹੋਣੇ ਚਾਹੀਦੇ ਆ, ਇਹ ਸੰਸਥਾ ਨੇ ਕੋਈ ਉਹਦੀ ਬੰਦੋਬਸਤ ਨਹੀਂ ਕੀਤੇ। ਬੱਚੇ ਸਾਡੇ ਸਕੂਲਾਂ 'ਚੋਂ ਦੁਪਹਿਰ ਨੂੰ ਆਉਂਦੇ ਹੈਗੇ ਆ, ਗੁਰੂ ਕਾ ਲੰਗਰ ਗਰੀਬ ਵਾਸਤੇ ਵੀ ਹੁੰਦਾ ਹੈਗਾ। ਸਾਡੇ ਕੋਲੇ ਜਿਹੜੇ ਬੱਚੇ ਵਾਪਸ ਆਉਂਦੇ ਆ, ਉਹਨਾਂ ਵਾਸਤੇ ਗੁਰੂ ਘਰਾਂ ਵੱਲੋਂ ਕੋਈ ਪ੍ਰੋਟੀਨ, ਜਿਵੇਂ ਪਨੀਰ ਹੋ ਗਿਆ, ਦੁੱਧ ਹੋ ਗਿਆ, ਕੋਈ ਵਿਟਾਮਿਨ ਦੀ ਖੁਰਾਕ, ਉਹਨਾਂ ਵਾਸਤੇ ਬੰਦੋਬਸਤ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਬੱਚਿਆਂ ਨੂੰ ਉੱਥੇ ਲੈ ਜਾਣਾ ਚਾਹੀਦਾ। ਸਾਨੂੰ ਪੜ੍ਹਾਈ ਦੇ ਮਾਤਰ ਵਿੱਚ ਜਿੱਥੇ ਟੈਲੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਉੱਥੇ ਸਾਨੂੰ ਗੁਰਬਾਣੀ ਦਾ ਪ੍ਰਚਾਰ, ਗੁਰਮੁਖੀ ਦਾ ਪ੍ਰਚਾਰ, ਸਾਇੰਸ, ਮੈਥ ਉੱਥੇ ਸਿਖਾਇਆ ਜਾਣਾ ਚਾਹੀਦਾ। ਟਿਊਸ਼ਨਾਂ ਲਾਈਆਂ ਜਾਣੀਆਂ ਚਾਹੀਦੀਆਂ। ਚੰਗੇ ਗੁਰਸਿੱਖ ਬੀਬੀਆਂ ਜਿਹੜੀਆਂ ਬੀਐਡ ਕਰਕੇ ਭਾਈਆਂ ਨਾਲ ਉੱਥੇ ਲੱਗ ਕੇ ਉਹ ਉਹਨਾਂ ਦੇ ਹੋਮਵਰਕ ਦੇ ਵਿੱਚ ਅਸੂਲਤ ਦੇ ਸਕਦੀਆਂ ਹੈਗੀਆਂ। ਜਿਹੜਾ ਗੁਰੂ ਘਰ ਦਾ ਦਾਇਰਾ ਹੈ, ਇਹ ਜਿਹੜੀ ਮੌਜੂਦਾ ਹਕੂਮਤ ਹੈ, ਉਹਨਾਂ ਨੇ ਨਾ ਘੁੱਟ ਕੇ ਆਪਣੇ ਪੀਟੀਸੀ ਚੈਨਲ ਚਲਾ ਲਏ, ਉਹਨਾਂ ਨੇ ਆਪਣਾ ਜੇਬ ਭਰ ਲਈ, ਜ਼ਮੀਨਾਂ ਆਪਣੇ ਬੰਦਿਆਂ ਨੂੰ ਦੇਤੀਆਂ, ਰੈਲੀ ਰੱਖਣੀਆਂ, ਗੁਰੂ ਘਰ ਨੂੰ ਵਰਤ ਲਿਆ, ਇਲੈਕਸ਼ਨ ਆਇਆ, ਗੁਰੂ ਘਰ ਦੇ ਪੈਸੇ ਦੇਤੇ, ਇੱਥੇ ਤੱਕ ਸੀਮਿਤ ਰੱਖਿਆ। ਪਰ ਗੁਰੂ ਕੀ ਗੋਲਕ ਗਰੀਬ ਕਾ ਮੂੰਹ ਹੈ। ਤੇ ਮੈਂ ਸਮਝਦਾ ਹਾਂ ਕਿ ਜਦ ਸਿੱਖੀ ਇਹੋ ਜਿਹੀਆਂ ਅਸੂਲਤਾਂ ਦਊਗੀ, ਜਿਹੜੇ ਮਨੁੱਖਤਾ ਦੇ ਪੱਖ 'ਚ ਹੋਣਗੀਆਂ, ਲੋਕ ਵੈਸੇ ਹੀ ਜੁੜ ਜਾਣਗੇ, ਭੱਜੇ ਆਉਣਗੇ। ਜਿਹੜੀ ਧਰਮ ਤਬਦੀਲੀ ਹੋ ਰਹੀ ਹੈਗੀ ਆ, ਉਹ ਇਸ ਕਰਕੇ ਹੋ ਰਹੀ ਹੈ ਕਿਉਂਕਿ ਸਾਡੀ ਜਿਹੜੀ ਸੰਸਥਾ ਐਸਜੀਪੀਸੀ ਦੀ, ਉਹ ਆਪਣਾ ਕੰਮ ਹੀ ਨਹੀਂ ਕਰ ਰਹੀ, ਨਾ ਧਰਮ ਪ੍ਰਚਾਰ ਕਰ ਰਹੀ ਹੈਗੀ ਹੈ। ਉਹ ਟੀਵੀ ਚੈਨਲ ਇਹਨਾਂ ਕੋਲੇ ਹੈ ਨਹੀਂ, ਕੋਈ ਅਖਬਾਰ ਹੈ ਨਹੀਂ, ਕੋਈ ਪ੍ਰਸਾਰ ਦਾ ਮਤਲਬ ਸਾਧਨ ਨਹੀਂ ਹੈਗਾ। ਉਹ ਸਾਰੇ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ
ਪੀਟੀਸੀ ਚੈਨਲ ਨੂੰ ਦੇਤੇ ਹੈਗੇ, ਜਿਹੜੀਆਂ ਸਿਹਤ ਸੇਵਾਵਾਂ ਉਹ ਨਹੀਂ ਇਹਦੇ 'ਚ ਕੋਈ ਕੰਮ ਕਰ ਰਹੀਆਂ, ਜਿਹੜਾ ਸਾਡਾ ਪੜ੍ਹਾਈ ਲਿਖਾਈ ਐਜੂਕੇਸ਼ਨ ਦਾ ਮਹਿਕਮਾ ਉਸ 'ਚ ਨਹੀਂ ਕੁਝ ਕਰ ਰਹੀਆਂ, ਤਾਂ ਫਿਰ ਲੋਕੀ ਇੱਧਰ ਉੱਧਰ ਹੋਣਗੇ ਹੀ। ਤੇ ਮਾਨ ਸਿੰਘ ਜੀ, ਜਿਹੜਾ ਯੂਥ ਤੁਹਾਨੂੰ ਦੇਖ ਰਿਹਾ ਇਸ ਵੇਲੇ, ਇੱਕ ਚੀਜ਼ ਕਲੀਅਰ ਕਰਨਾ ਕਰੋ, ਜਿਹੜਾ ਭਾਰਤ ਦਾ ਤਿਰੰਗਾ ਤੇ ਔਰ ਕੇਸਰੀ ਨਿਸ਼ਾਨ ਸਾਹਿਬ, ਇਹਦੇ ਵਿੱਚ ਫਰਕ ਕੀ ਆ? ਕੇਸਰੀ ਨਿਸ਼ਾਨ ਸਾਹਿਬ ਇੱਕ ਇਤਿਹਾਸ ਦੇ ਨਾਲ ਜੁੜਿਆ ਹੋਇਆ, ਗੁਰਸਿੱਖੀ ਨਾਲ ਜੁੜਿਆ। ਕੇਸਰੀ ਨਿਸ਼ਾਨ ਸਾਹਿਬ ਉਹ ਨਿਸ਼ਾਨ ਸਾਹਿਬ ਹੈ ਜਿਸ ਨੇ ਉਸ ਸਮੇਂ ਦੇ ਵਿੱਚ, ਜਦ ਉਰੇ ਸਧਾਰਨ ਭਾਸ਼ਾ 'ਚ ਕੋਈ ਰੱਬ ਦੇ ਬਾਰੇ ਦੱਸਦਾ ਨਹੀਂ ਸੀ, ਸ਼ੇਖ ਬਾਬਾ ਫਰੀਦ ਨੇ ਪੰਜਾਬੀ 'ਚ ਗੁਰੂ ਦਾ ਪਿਆਰ, ਰੱਬ ਦਾ ਪਿਆਰ ਸਾਨੂੰ ਪ੍ਰਚਾਰ ਕੀਤਾ। ਉਹ ਭਗਤ ਰਵਿਦਾਸ ਮਹਾਰਾਜ ਨੇ ਜਾਤ ਪਾਤ ਦੀਆਂ ਜੰਜੀਰਾਂ ਤੋੜ ਕੇ ਸਾਨੂੰ ਰੱਬ ਨੂੰ ਜੋੜ ਕੇ ਆ ਮਨੂਵਾਦੀ ਸਿਸਟਮ ਤੋਂ ਕੱਢਿਆ, ਬੇਗਮਪੁਰੇ ਵੱਲ ਤੋਰਿਆ। ਔਰ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨਣ ਤੋਂ ਮਨਾ ਕਰਕੇ, ਬਾਬਰ ਤੂੰ ਹੈ ਜਾਬਰ ਕਰਕੇ, ਕਾਲੀ ਮੈਂ ਚੋਂ ਨਿਕਲ ਕੇ ਨਾ ਕੋਈ ਹਿੰਦੂ ਨਾ ਕੋਈ ਸਿੱਖ, ਤੇ ਸਾਰੇ ਨੂੰ ਬਰਾਬਰਤਾ ਦੇ ਅਧੀਨ ਗੁਰੂ ਸਾਹਿਬ ਰੱਬ ਨਾਲ ਜੋੜਿਆ। ਇਹ ਆਜ਼ਾਦ ਲੋਕਾਂ ਨੂੰ ਉਸ ਸਮੇਂ ਤੋਂ ਕਰਦਾ ਆ ਰਿਹਾ ਹੈ। 12ਵੀਂ ਸਦੀ ਸ਼ੇਖ ਬਾਬਾ ਫਰੀਦ ਜੀ ਸੀਗੇ, 16ਵੀਂ 15ਵੀਂ ਸਦੀ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀ ਸ਼ੁਰੂਆਤ ਹੋਈ ਹੈਗੀ ਹੈ, ਜਿਨ੍ਹਾਂ ਨੇ, ਗੁਰੂ ਅੰਗਦ ਸਾਹਿਬ ਨੇ ਸੰਸਕ੍ਰਿਤ ਦਾ ਜਾਲ ਜਿਹੜਾ ਉਸ ਸਮੇਂ ਦੇ ਵਿੱਚ ਜਾਤ ਪਾਤ ਅਧੀਨ ਵਿਦਿਆ ਵੀ ਨਹੀਂ ਕੋਈ ਹਾਸਲ ਕਰਦਾ ਸੀ, ਉੱਥੇ ਸਾਨੂੰ ਪੰਜਾਬੀ ਤੇ ਗੁਰਮੁਖੀ ਦੀ ਲਿਪੀ ਦਿੱਤੀ ਹੈਗੀ ਹੈ। ਸਾਨੂੰ ਆਪਣੇ ਸਰੀਰ ਸੰਭਾਲਣ ਵਾਸਤੇ ਅਖਾੜੇ ਦਿੱਤੇ ਹੈ। ਸਾਨੂੰ ਇੱਕ ਬਾਟੇ ਤੋਂ ਜਦ ਪ੍ਰਸ਼ਾਦਾ ਗੁਰੂ ਕਾ ਲੰਗਰ ਬਾਟਿਆ ਜਾਂਦਾ ਹੈਗਾ, ਉਹ ਉੱਥੇ ਸਾਨੂੰ ਜਾਤ ਪਾਤ ਤੋਂ ਕੱਢਦੇ ਹੈਗੇ ਆ। ਜਦ ਅਸੀਂ ਇਸ਼ਨਾਨ ਬੌਲੀ 'ਚ ਗੁਰੂ ਅਮਰਦਾਸ ਮਹਾਰਾਜ ਸਾਹਿਬ, ਗੋਬਿੰਦਲ ਸਾਹਿਬ ਕਰਦੇ ਆ, ਫਿਰ ਕਿਹੜਾ ਲਿੰਗ ਰਹਿ ਗਿਆ? ਉਹੀ ਲਿੰਗ ਵੱਖਰੇ ਵੱਖਰੇ ਥਾਂ, ਉਹੀ ਪਾਣੀ 'ਚ ਜਾਂਦੇ ਆ। ਕਿਹੜਾ ਊਚ ਨੀਚ ਰਹਿ ਗਿਆ? ਉਹੀ ਸਰੋਵਰ ਅੰਮ੍ਰਿਤਸਰ ਸਾਹਿਬ ਦਾ ਸਾਨੂੰ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਆ ਹੈਗਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਹੱਕਾਂ ਤੇ ਖੜਨ ਤੇ ਤਸੀਹੇ ਤਸ਼ੱਦਦ ਝੱਲ ਕੇ ਸ਼ਹਾਦਤਾਂ ਦਿੱਤੀਆਂ। ਇਹ ਸਾਨੂੰ ਆਜ਼ਾਦ ਕੀਤਾ ਉਸ ਮੁਗਲ ਹਕੂਮਤ ਤੋਂ, ਜਿਹੜੀ ਸਾਨੂੰ ਜ਼ਬਰ ਅਧੀਨ ਥੱਲੇ ਰੱਖਦੀ ਸੀ। ਤੇ 6ਵੇਂ ਪਾਤਸ਼ਾਹ ਨੇ ਫਿਰ ਸਾਨੂੰ ਘੋੜਿਆਂ ਤੇ ਚੜਾਇਆ, ਸਾਨੂੰ ਦਸਤਾਰ ਬਣਾਏ, ਸਾਡੇ ਸ੍ਰੀ ਸਾਹਿਬ ਸਾਨੂੰ ਬਖਸ਼ੇ ਕਿ ਦੁਨਿਆਵੀ ਰੂਪ 'ਚ ਜਿਹੜਾ ਤੁਹਾਡੇ ਨਾਲ ਜ਼ਬਰ ਕਰਦਾ ਉਹਦਾ ਮੁਕਾਬਲਾ ਕਰਨਾ ਹੈ। ਜਿਹੜੀ ਬਾਬਰ ਤੂੰ ਹੈ ਜਾਬਰ ਗੁਰੂ ਨਾਨਕ ਸਾਹਿਬ ਨੇ ਕਹੀ ਸੀ, 6ਵੇਂ ਪਾਤਸ਼ਾਹ ਨੇ ਉਹ ਤੁਹਾਡੇ ਹੱਥ ਤੇ ਸ੍ਰੀ ਸਾਹਿਬ ਫੜਾਤੀ ਹੈਗੀ ਹੈ। ਇਹ ਆਜ਼ਾਦੀਆਂ ਸਾਨੂੰ ਗੁਰੂ ਘਰਾਂ ਨੇ ਸਾਨੂੰ ਦਿੱਤੀਆਂ ਹੈਗੀਆਂ, ਔਰ ਉਹਨਾਂ ਨੇ ਮੀਰੀ ਪੀਰੀ ਦੇ ਝੰਡੇ ਸਾਨੂੰ ਬਖਸ਼ੇ ਹੈਗੇ ਆ। ਸੋ ਇਹ ਨਿਸ਼ਾਨੀ ਇੱਕ ਰੱਬ ਅਧੀਨ ਆਜ਼ਾਦ ਮਨੁੱਖ ਦੀ ਨਿਸ਼ਾਨੀ ਹੈਗੀ ਹੈ। ਤਿਰੰਗਾ ਤੁਹਾਨੂੰ ਉਸ ਦੇਸ਼ ਨਾਲ ਬੰਨ੍ਹਦਾ ਹੈ ਜਿਹੜਾ 1984 ਤੇ ਹਰਿਮੰਦਰ ਸਾਹਿਬ ਤੇ ਹਮਲੇ ਕਰਕੇ ਤੁਹਾਨੂੰ ਇੱਕ ਸ਼ੂਦਰ ਦੇ ਦਾਇਰ 'ਚ ਤੁਹਾਨੂੰ ਖੜਾ ਕਰਤਾ, ਮਨੂਵਾਦੀ ਸਿਸਟਮ 'ਚ ਤੁਹਾਨੂੰ ਕਦੀ ਰੈਡੀਕਲ ਉਗਰਵਾਦੀ ਵੱਖਪਾਦੀ ਕਹਿ ਕੇ ਤੁਹਾਡੇ ਬੰਦੇ, ਤੁਹਾਡੇ ਹੀਰਿਆਂ ਨੂੰ ਜੇਲ੍ਹਾਂ 'ਚ 32 ਸਾਲ, ਜਦ ਕਿ 12 ਸਾਲ ਤੋਂ ਜ਼ਿਆਦਾ ਕੋਈ ਕੇਸ ਨਹੀਂ ਹੈਗਾ, ਉਹਦੇ ਵਿੱਚ ਬੰਦ ਕਰਕੇ ਰੱਖਦਾ ਹੈ। ਤੁਹਾਨੂੰ ਕਿਹੜੀ ਮਾੜੀ ਅੱਖ ਨਾਲ ਦਿਖਦਾ ਹੈਗਾ। ਇਹ ਉਹ ਜ਼ਬਰਦੀਨ ਚਿੰਨ੍ਹ ਹੈ ਤੇ ਇਹ ਆਜ਼ਾਦੀ ਦੀ ਚਿੰਨ੍ਹ ਹੈ ਜਿਹੜੀ ਮਨੁੱਖਤਾ ਨੂੰ ਇੱਕ ਪੱਧਰ ਤੇ ਰੱਬ ਨਾਲ ਜੋੜਦੀ ਹੈ। ਜਾਂਦੇ ਜਾਂਦੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਤਾਂ ਹੱਥ ਜੋੜ ਕੇ ਸੀਸ ਨੀਵਾਂ ਕਰਕੇ ਤੁਹਾਨੂੰ ਵਧਾਈ ਦਿੰਦਾ। ਤੁਸੀਂ ਉਸ ਨਗਰੀ 'ਚ ਰਹਿੰਦੇ ਹੋ ਜਿੱਥੇ ਮਹਾਰਾਜ ਸਾਹਿਬ ਨੇ ਆਪ ਨੂੰ ਸਰੋਵਰ ਬਖਸ਼ਿਆ, ਜਿੱਥੇ ਮੀਆਂ ਮੀਰ ਜੀ ਨੇ ਇੱਟ ਧਰ ਕੇ ਸਾਨੂੰ ਹਰਿਮੰਦਰ ਸਾਹਿਬ ਦਿੱਤਾ ਹੈ, ਜਿੱਥੇ ਬਾਬਾ ਬੁੱਢਾ ਜੀ ਦੇ ਚਰਨ ਲੱਗੇ ਹੈਗੇ ਆ। ਤੁਹਾਡੇ ਕੋਲੇ ਸਭ ਕੁਝ ਹੈਗਾ, ਸਭ ਕੁਝ ਹੈਗਾ ਤੇ ਦਿੱਤਾ ਤੁਹਾਨੂੰ ਬਹੁਤ ਮਾਤਰਾ 'ਚ ਗੁਰੂ ਸਾਹਿਬ ਨੇ ਹੈ। ਅੱਜ ਗੁਰੂ ਸਾਹਿਬ ਦਾ ਘਰ ਆਜ਼ਾਦ ਕਰਨਾ ਹੈ। ਕੋਈ ਲੜਾਈ ਨਹੀਂ ਲੜਨੀ, ਕਿਸੇ ਨੂੰ ਮਾਰਨਾ ਨਹੀਂ, ਕਿਸੇ ਨੂੰ ਕੁੱਟਣਾ ਨਹੀਂ, ਸਿਰਫ ਤੇ ਸਿਰਫ ਪਿਆਰ ਸਦਕੇ ਹਰਿਮੰਦਰ ਸਾਹਿਬ 15 ਸਤੰਬਰ ਨੂੰ ਤੁਸੀਂ ਪਹੁੰਚਣਾ ਹੈ। ਉੱਥੇ ਆਪਣੇ ਇਕੱਠ ਨਾਲ ਸਰਕਾਰਾਂ ਨੂੰ ਸਮਝਾ ਦੇਣਾ ਹੈ ਕਿ ਤੁਸੀਂ ਗੁਰੂ ਕੇ ਪੱਖ ਖੜੇ ਹੋ ਤੇ ਸਾਨੂੰ ਸਾਡੀ ਜਮਹੂਰੀਅਤ ਬਹਾਲ ਚਾਹੀਦੀ ਹੈ। ਧੰਨਵਾਦ। ਇਹ ਸਨ ਇਮਾਨ ਸਿੰਘ ਮਾਨ, ਜਿਨ੍ਹਾਂ ਨੇ ਕਿ ਸਾਨੂੰ ਜਮਹੂਰੀਅਤ ਡੇ ਬਾਰੇ ਔਰ ਤਿਰੰਗੇ ਔਰ ਨਿਸ਼ਾਨ ਸਾਹਿਬ ਦੇ ਵਿੱਚ ਫਰਕ ਦੱਸਿਆ। ਤੁਸੀਂ ਦੇਖ ਰਹੇ ਹੋ LBS ਨਿਊਜ਼। ਮੈਂ ਮਨਪ੍ਰੀਤ ਸਿੰਘ ਆਜ਼ਾਦ। ਧੰਨਵਾਦ।